प्रोफेसर वसीम बरेलवी का बड़ा मशहूर शेर है, मैं तेरी नफ़रतों को प्यार की खुशबू बना देता, अगर मेरे वस में होता तो मैं उर्दू सिखा देता। माँ बोली पंजाबी ਦੀ ਉਰਦੂ ਦੇ ਨਾਲ ਬੜੀ ਸਾਂਝ ਰਹੀ ਹੈ। ਪੰਜਾਬ ਦੇ ਲੋਕ ਉਰਦੂ ਨੂੰ ਬੇहद ਪਿਆਰ ਕਰਦੇ ਨੇ। ਮਾਂ ਬੋਲੀ ਪੰਜਾਬੀ ਦੇ ਵਿੱਚ ਬਹੁਤ ਸਾਰੇ ਸ਼ਬਦ ਵੀ ਨੇ ਉਰਦੂ ਦੇ। ਸਾਂਝੇ ਪੰਜਾਬ ਸਮੇਂ ਉਰਦੂ ਮਕਬੂਲ ਸੀ। ਪੰਜਾਬੀ ਤੇ ਮੁਸਲਮਾਨ ਭਾਈਚਾਰੇ ਦੇ ਲੋਕ ਸੀ, ਚਾਹੇ ਹਿੰਦੂ ਭਾਈਚਾਰੇ ਦੇ ਲੋਕ ਸੀ, ਸਾਰੇ ਪੰਜਾਬੀ ਤੇ ਉਰਦੂ ਨੂੰ ਪਿਆਰ ਕਰਦੇ ਸੀ। ਪਰ 1947 ਦੇ ਬਾਅਦ 1947 ਦੀ ਵੰਡ ਜਦੋਂ ਹੋਈ ਹੈ, ਉਦੋਂ ਹਿੰਦੂ ਵੰਡੇ ਗਏ, ਸਿੱਖ ਵੰਡੇ ਗਏ ਤੇ ਮੁਸਲਮਾਨ ਵੰਡੇ ਗਏ। ਉਸੇ ਹਿਸਾਬ ਦੇ ਨਾਲ ਵੀ ਉਰਦੂ ਨੂੰ ਵੀ ਵੰਡ ਦਿੱਤਾ ਗਿਆ। ਉਰਦੂ ਨੂੰ ਮੁਸਲਮਾਨਾਂ ਦੀ ਭਾਸ਼ਾ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਪੰਜਾਬੀ ਜੋ ਭਾਸ਼ਾ ਹੈ ਉਸ ਨੂੰ ਵੀ ਬਹੁਤ ਸਾਰੇ ਪੰਜਾਬੀ ਬੋਲਦੇ ਨੇ, ਸਿੱਖ ਵੀ ਬੋਲਦੇ ਆ, ਹਿੰਦੂ ਵੀ ਪੰਜਾਬੀ ਬੋਲਦੇ ਆ, ਮੁਸਲਮਾਨ ਵੀ ਬੋਲਦੇ ਆ। ਉਸੇ ਤਰ੍ਹਾਂ ਹੀ ਉਰਦੂ ਵੀ ਹਰ ਧਰਮ ਦੇ ਲੋਕ ਬੋਲਦੇ ਸੀ, ਪਰ ਹੁਣ ਇਸ ਨੂੰ ਮਹਿਦੂਦ ਕਰ ਦਿੱਤਾ ਗਿਆ ਕਿ ਉਰਦੂ ਸਿਰਫ ਮੁਸਲਮਾਨਾਂ ਦੀ ਭਾਸ਼ਾ ਹੈ। ਇਹੋ ਜਿਹਾ ਨਹੀਂ ਹੈ। ਸਾਡੇ ਨਾਲ ਜੋ ਸ਼ਖਸ ਮੌਜੂਦ ਨੇ, ਡਾਕਟਰ ਐਚ.ਕੇ. ਲਾਲ ਸਾਹਿਬ, ਹਿੰਦੂ ਪਰਿਵਾਰ ਤੋਂ ਤਾਲੁਕਾਤ ਰੱਖਦੇ ਆ, ਪਰ ਸਾਰੀ ਉਮਰ ਉਹਨਾਂ ਨੇ ਗੁਜ਼ਾਰ ਦਿੱਤੀ ਉਰਦੂ ਸਿਖਾਉਂਦੇ ਹੋਇਆ, ਕਿਉਂਕਿ ਉਰਦੂ ਦੇ ਨਾਲ ਪਿਆਰ ਹੈ ਉਹਨਾਂ ਨੂੰ ਔਰ ਲੰਬੇ ਸਮੇਂ ਤੋਂ ਕਰੀਬ 45 ਸਾਲਾਂ ਤੋਂ ਉਰਦੂ ਸਿਖਾਉਂਦੇ ਆ ਰਹੇ ਆ। ਡਾਕਟਰ ਐਚ.ਕੇ. ਲਾਲ ਸਾਹਿਬ ਮੇਰੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ। ਸ਼ੁਕਰੀਆ। ਮੈਂ ਚਾਹੂੰਗਾ ਕਿ 45 ਸਾਲ ਬਹੁਤ ਲੰਬਾ ਸਮਾਂ ਹੁੰਦਾ, 45 ਸਾਲ ਤੁਸੀਂ ਗੁਜ਼ਾਰ ਦਿੱਤੇ ਉਰਦੂ ਸਿਖਾਉਂਦਿਆਂ। ਉਰਦੂ ਦੇ ਨਾਲ ਇੰਨੀ ਮੁਹੱਬਤ ਕਿਵੇਂ? उर्दू से मेरी जो मोहब्बत है वो वालियाना है, डिवाइन है, ऐश्वर्य है, डिवाइन लव फॉर उर्दू। मुझे उर्दू में जो खूबियाँ नज़र आई हैं, इसकी मोहब्बत, शीरीनी, लताफत, नज़ाकत, सकाफ़त बहुत कम ज़बानों में मिलती है। मैं किसी की ज़बान भी ख़िलाफ़ नहीं हूँ, नॉट एट ऑल। आई हैव ए वाइफ हु टॉट Hindi for 30 years and but she doesn't know Urdu. She doesn't know Urdu. इसी तरह मैंने हिंदी नहीं पढ़ी, मैंने हिंदी नहीं पढ़ी, लेकिन मुझे हिंदी से कोई दुश्मनी नहीं। ਸ਼ੁਰੂਆਤ ਸਰ ਮੈਂ ਜਾਨਣਾ ਚਾਹ ਰਿਹਾ ਸੀਗਾ, ਜਦੋਂ ਤੁਸੀਂ ਕਿੱਦਾਂ ਪੜਾਉਣਾ ਕਿੱਦਾਂ ਸ਼ੁਰੂ ਕਰਿਆ, ਉਹ ਵੀ ਇੱਕ ਕਿੱਸਾ ਤੁਸੀਂ ਦੱਸ ਰਹੇ ਸੀ। वो वाकई किस्सा था, वाकई किस्सा था कि मैंने कभी पढ़ाया नहीं था। ਜਵਾਬ ਮੈਂ ਬੇਨਤੀ ਕਰੂੰਗਾ ਕਿ ਜਵਾਬ ਪੰਜਾਬੀ ਚ ਦਿਓ, ਕਿਉਂਕਿ ਸਾਡੇ ਮੈਂ ਨਾ ਉਰਦੂ ਨੂੰ ਪੜ੍ਹਾਇਆ ਕਦੇ ਵੀ ਨਹੀਂ ਸੀ। ਬੇਸ਼ੱਕ ਉਦੋਂ ਮੈਂ ਸਿਰਫ ਐਮ ਏ ਹੀ ਪਾਸ ਕੀਤੀ ਸੀ ਜਾਂ ਆਨਰਜ਼ ਇਨ ਉਰਦੂ, ਲੇਕਿਨ ਪੜ੍ਹਾਇਆ ਨਹੀਂ ਸੀ ਕਦੇ। ਔਰ ਇੱਕ ਤਰ੍ਹਾਂ ਦਾ ਰਿਸਕ ਲੈ ਕੇ ਮੈਂ ਹਾਂ ਕਰ ਦਿੱਤੀ। ਔਰ ਪਹਿਲੇ ਦਿਨ ਜਦੋਂ ਮੈਂ ਅਲਿਫ ਬੇ ਤੋਂ ਸ਼ੁਰੂ ਕਰਕੇ अल्फ़ाबेट तो हरूफ तहजी और आया क्लास तो नीचे, और मेरा दोस्त मेरा इंतज़ार कर रहा सी, कहना जी पहला दिन कैसा रहा। मैं उन्होंने ये कहा अज एक बड़ी वड्डी गलती हो गई कि मैं अलिफ तो लैके वड्डी ये तक सारा अल्फ़ाबेट लिख दिता और जवाब भुल गया। वो कहते ये बहुत ही छोटी जी गल है, उन्होंने बच्चों को तो नहीं पता ना कि वाह है वो कल पता चल जाएगा। मैंने बड़ी तसल्ली हुई। और उस तो बाद मैं पहले दिन पूरा अल्फ़ाबेट लिखा। अज मैं अल्फ़ाबेट पूरा लिखाण दे विच 15 दिन लगा देना, क्योंकि मेरी नॉलेज वधी। कुछ उन्होंने पसंद दे शेर सुनाना और दिलचस्पी पैदा करना, कशिश पैदा करना, ताकि वो उर्दू नूं ਮੁਹੱਬਤ ਕਰਨ। ਜਦੋਂ ਤੁਸੀਂ ਨੌਕਰੀ ਕਰ ਰਹੇ ਸੀ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ, ਔਰ ਉਸ ਤੋਂ ਬਾਅਦ ਜਦੋਂ ਨੌਕਰੀ ਛੱਡ ਕੇ ਫਿਰ ਇਸ ਪਾਸੇ ਆ ਗਏ, ਜਦੋਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ? ਨਾ ਪੜ੍ਹਾ ਤੇ ਮੈਂ ਉਦੋਂ ਵੀ ਰਿਹਾ ਸੀ। ਅੱਛਾ। ਉਹ ਪਾਰਟ ਟਾਈਮ ਹੁੰਦਾ ਸੀ ਨਾ, 5 ਵਜੇ ਤੋਂ ਬਾਅਦ। 5 ਵਜੇ ਤੋਂ ਬਾਅਦ ਤਾਂ ਮੈਂ ਸਰਕਾਰੀ ਮੁਲਾਜ਼ਮ ਨਹੀਂ ਨਾ, ਇਹ ਪਾਰਟ ਟਾਈਮ ਜੌਬ ਸੀ ਮੇਰੀ। ਕਰਦੇ ਉਦੋਂ ਰਾਜੀ ਸੀ ਕਿ ਵੀ ਠੀਕ ਹੈ ਤੁਸੀਂ ਇਸ ਪਾਸੇ ਚਲੇ ਜਾਓ, ਜਦੋਂ ਨੌਕਰੀ ਤੁਸੀਂ ਛੱਡੀ ਇਰੀਗੇਸ਼ਨ ਡਿਪਾਰਟਮੈਂਟ ਦੀ? ਨਹੀਂ, ਰਿਟਾਇਰ ਹੋਇਆ ਬਕਾਇਦਾ। ਰਿਟਾਇਰ ਹੋਇਆ 58 ਸਾਲ ਦੀ ਉਮਰ ਦੇ ਵਿੱਚ। ਔਰ ਉਰਦੂ ਦੀ ਕਲਾਸ ਮੇਰੀ ਜਾਰੀ ਰਹੀ ਔਰ ਤਾਹਾਲ ਯਾਨੀ ਅੱਜ ਤੱਕ ਬਰਕਰਾਰ ਹੈ। ਜਦੋਂ ਤੁਸੀਂ 2 ਮਹੀਨੇ ਬਾਅਦ ਘਰ ਜਾਂਦੇ ਹੁੰਦੇ ਸੀ, ਘਰ ਜਾਣਾ ਛੱਡਤਾ ਸੀ, ਫਿਰ ਲੈਟਰ ਆਇਆ ਸੀ ਤੁਹਾਨੂੰ? ਮੈਂ ਵਾਕਈ ਆਈ ਯੂਜ਼ ਟੂ ਫੀਲ ਹੋਮ ਸਿਕ, ਔਰ मैं घर जान 2 महीने की बजाय 4 महीने नहीं गया।
ਤੇ ਮੇਰੇ ਵਾਲਿਦ ਬਜ਼ੁਰਗਵਾਰ ਮੇਰੇ ਪਿਤਾ ਜੀ ਨੇ ਮੈਨੂੰ ਚਿੱਠੀ ਲਿਖੀ। ਉਹਦੇ ਨਾਲ 100 रुपये महीना तनख्वाह मिलती थी। क्या तुमने 100 रुपये की खातिर खुद को बेच दिया है? मैंने जवाब दिया जी हाँ, लेकिन 100 रुपये के लिए नहीं, उर्दू के लिए। फिर जवाब आया, एक लफ्ज़ लिखा था, शाबाश। एक और किस्सा मुझे याद आता है। द लास्ट डेज ऑफ हिज लाइफ PGI में थे, मैं भी था, मेरे बड़े भाई साहब जलंधर से आए हुए थे। उन्होंने अपनी घड़ी देखी और देखा 5 बज गए। तो मेरे बड़े भाई को इशारा किया कि 5 बज गए हैं, इसे कहो कि क्लास में जाए, 5:15 क्लास लगती है। मेरे ब्रदर ने कहा कि बाबूजी कहते हैं कि तुम जाओ। मैंने कहा मैं कैसे चला जाऊँ? वो कहते इसे भेज दो वरना मुझे गुस्सा आ जाएगा। और मैं चला गया। क्या क्लास अटेंड करनी थी, जैसे भी था, और फिर मैं आ गया PGI। यानी वो खुद भी चाहते थे कि ये काम मैं करता रहूं। ਉਸ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਉਰਦੂ ਨੂੰ ਜਿਸ ਤਰ੍ਹਾਂ ਮਿਲਣਾ ਚਾਹੀਦਾ ਸੀਗਾ ਪੰਜਾਬ ਦੇ ਵਿੱਚ, ਉਸ ਹਿਸਾਬ ਦੇ ਨਾਲ ਉਰਦੂ ਨੂੰ ਪਿਆਰ ਨਹੀਂ ਮਿਲਿਆ? ਕਿਉਂਕਿ ਉਰਦੂ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਲੋਕ ਹੈਗੇ ਆ, ਪਰ ਲਿਮਟਿਡ ਲੋਕ ਆ ਜਿਹੜੇ ਪਿਆਰ ਕਰਦੇ ਉਰਦੂ। बिल्कुल मैं सच बोलांगा, सच के अलावा कुछ नहीं बोलूँगा कि वो प्यार जो मैं एक्सपैक्ट करता सी वो हाले तक नहीं मिलिਆ। ਉਹਦੀ ਵਜ੍ਹਾ ਇਹ ਹੈ ਕਿ ਅਸੀਂ ਉਰਦੂ ਦੁਸ਼ਮਣੀ ਦੇ ਦੌਰ 'ਚ ਗੁਜ਼ਰ ਰਹੇ ਹਾਂ। ਬਹੁਤ ਪ੍ਰੋਬਲਮਸ ਨੇ, ਵੈਸੇ ਮੈਂ ਇੱਕ ਇੱਕ ਕਰਕੇ ਡਿਸਕਸ ਕਰਾਂਗਾ ਤਾਂ ਬਹੁਤ ਟਾਈਮ ਚਾਹੀਦਾ ਹੈ। ਕਿ ਲੋਕ ਨਾ ਉਰਦੂ, ਪੰਜਾਬੀ, ਹਿੰਦੀ, ਇੰਗਲਿਸ਼, ਇਸ ਤੋਂ ਜ਼ਿਆਦਾ ਕੋਈ ਬਦਲਾ ਹੋਣਾ ਜਿਹੜਾ ਹੋਰ ਵੀ ਭਾਸ਼ਾਵਾਂ ਜਾਣਦਾ ਹੋਵੇ। ਤਾਂ ਮੈਂ ਭਾਸ਼ਾਵਾਂ ਦੀ ਜਿਹੜੀ ਨੀਅਰਨੈਸ ਹੈ, ਨਿਕਟਤਾ ਹੈ, ਉਹਦਾ ਅਗਰ ਮੈਂ ਜ਼ਿਕਰ ਕਰਾਂ ਤਾਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ। ਕਿੰਨੇ ਹੀ ਐਸੇ ਵਰਡਸ ਨੇ। ਮੱਤਾ ਹੈ ਨਾ, ਮਾਲ ਮੱਤਾ ਪੰਜਾਬੀ ਹੈ ਨਾ, ਇਹ ਅਰਬੀ ਦਾ ਲਫ਼ਜ਼ ਹੈ ਮਤਾ, ਮੀਮ ਤੇ ਅਲਿਫ ਐਨ। ਤਾਂ ਕਿੱਥੇ ਰਹਿ ਗਈ ਉਰਦੂ ਔਰ ਕਿੱਥੇ ਰਹਿ ਗਈ ਪੰਜਾਬੀ? ਪੰਜਾਬੀ ਇਜ਼ ਵੈਰੀ ਓਲਡ ਲੈਂਗੁਏਜ, ਵੈਰੀ ਓਲਡ ਲੈਂਗੁਏਜ। ਇਹ ਹਿੰਦੀ ਸੰਸਕ੍ਰਿਤ ਤੋਂ ਵੀ ਪੁਰਾਣੀ ਹੈ। ਲੇਕਿਨ ਮੇਰੇ ਵਰਗੇ ਬੰਦੇ ਉਦੋਂ ਇਹ ਜਾਣਦੇ ਸੀ ਕਿ 5ਵੇਂ ਗੁਰੂ ਅਰਜਨ ਦੇਵ ਨੇ, ਲੇਕਿਨ ਬਾਅਦ 'ਚ ਦੱਸਿਆ ਗਿਆ ਕਿ ਉਹਨਾਂ ਨੇ ਗੁਰਮੁਖੀ ਸਕ੍ਰਿਪਟ, ਜਿਹਦੇ ਵਿੱਚ ਜਪਜੀ ਸਾਹਿਬ ਲਿਖਿਆ ਹੈ। ਵੈਸੇ ਤਾਂ ਜ਼ਬਾਨ ਬਹੁਤ ਪੁਰਾਣੀ ਹੈ, 35,000 ਸਾਲ ਵੀ ਪੁਰਾਣੀ ਹੋ ਸਕਦੀ ਹੈ। ਸੋ ਜ਼ਬਾਨਾਂ ਦੇ ਵਿੱਚ ਵਿਤਕਰਾ ਪੈਦਾ ਕਰਨਾ, ਇਹ ਤਾਂ ਮੈਂ ਇਸ ਚੀਜ਼ ਦਾ ਦੁਸ਼ਮਣ ਹਾਂ। ਕਦੇ ਵੀ ਨਹੀਂ ਹੋਣਾ ਚਾਹੀਦਾ। ਤੁਸੀਂ ਕਿਹਾ ਉਰਦੂ ਦੁਸ਼ਮਣੀ ਦੇ ਦੌਰ 'ਚੋਂ ਅਸੀਂ ਗੁਜ਼ਰ ਰਹੇ ਹਾਂ, ਇਹ ਸ਼ਬਦ ਕਿਉਂ ਵਰਤਿਆ ਤੇ ਕਿਸ ਹਿਸਾਬ ਦੇ ਨਾਲ? ਪਰਟੀਕੁਲਰਲੀ ਜਿਹੜੀ ਨਜ਼ਦੀਕ ਦੀ ਦੁਸ਼ਮਣ ਹੈ ਉਹ ਹੈ ਹਿੰਦੀ। ਹੈ ਮੈਂ ਕਹਿੰਦਾ ਹਿੰਦੀ ਦੇ ਵਿੱਚ ਕੀ ਖਰਾਬੀ ਕੀ ਹੈ, ਔਰ ਹਿੰਦੀ ਨੂੰ ਖਰਾਬੀ ਨਜ਼ਰ ਕਿੱਥੋਂ ਆਈ? ਨਾ ਉਹਨਾਂ ਨੂੰ ਇਹ ਨਹੀਂ ਚੰਗਾ ਲੱਗਿਆ। ਔਰ ਉਰਦੂ ਦੁਸ਼ਮਣੀ ਇਸ ਵਾਸਤੇ ਕਹਿੰਦੇ ਆ, ਸਰਕਾਰੀ ਨੌਕਰੀ ਵਾਸਤੇ ਵੀ ਕਿਤੇ ਵੀ ਨਹੀਂ ਲਿਖਿਆ ਅਗਰ ਉਰਦੂ ਜਾਣਦੇ ਤਾਂ ਪ੍ਰੈਫਰੈਂਸ ਮਿਲੇਗੀ, ਨਾਟ ਐਟ ਆਲ। ਸੋ ਇਹ ਜਿਹੜਾ ਜ਼ੁਲਮ ਹੋ ਰਿਹਾ ਨਾ, ਔਰ ਤੁਸੀਂ ਜਾਣਦੇ ਹੋ, ਜਰਨਲਿਸਟ ਹੋ ਤੁਸੀਂ, ਜਸ਼ਨ ਰੇਖਤਾ ਵੱਲੋਂ ਕਰਵਾਇਆ ਜਾਂਦਾ ਨਾ। ਜਸ਼ਨ ਰੇਖਤਾ ਉਰਦੂ ਦਾ ਨਾਮ ਹੈ। ਜਸ਼ਨ ਰੇਖਤਾ ਇੱਕ NGO ਹੈ, ਉਹ 6ਵਾਂ ਸਾਲ ਜਾ ਰਿਹਾ ਹੈ। ਹਰ ਸਾਲ ਮੁਸ਼ਾਇਰੇ ਕਰਵਾਉਂਦੇ ਨੇ ਔਰ ਉਰਦੂ ਦੇ ਤਰੱਕੀ ਵਾਸਤੇ ਬਹੁਤ ਚੰਦਾ ਦਿੰਦੇ ਨੇ, ਪੈਸੇ ਦਿੰਦੇ ਨੇ, ਔਰ ਉਰਦੂ ਅੱਗੇ ਤੋਂ ਜ਼ਿਆਦਾ ਤਰੱਕੀ ਕਰ ਰਹੀ ਹੈ। ਔਰ ਅਗਰ ਜਸ਼ਨ ਰੇਖਤਾ ਕਾਇਮ ਰਹੀ तो मेरा ख्याल है उर्दू कदे भी नहीं ख़त्म हो सकेगी, कदे भी नहीं ख़त्म हो सकती। ਉਰਦੂ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਜਿਸ ਹਿਸਾਬ ਦੇ ਨਾਲ, ਤੁਹਾਨੂੰ ਲੱਗਦਾ ਜਿੱਦਾਂ ਕਿਹਾ ਜਾ ਰਿਹਾ ਕਿ ਇੱਕ ਦੇਸ਼ ਇੱਕ ਭਾਸ਼ਾ ਹੋਵੇ? ਇਹ ਤਾਂ ਮੁਮਕਿਨ ਨਹੀਂ, ਇਹ ਤਾਂ ਮੁਮਕਿਨ ਹੀ ਨਹੀਂ, ਇੱਕ ਦੇਸ਼ ਇੱਕ ਭਾਸ਼ਾ। ਪਰ ਬਹੁਤ ਸਾਰੇ ਵੱਡੇ ਸਿਆਸਤਦਾਨ ਤੇ ਇਹ ਕਹਿੰਦੇ ਕਿ ਇੱਕ ਦੇਸ਼ ਹੈ ਤੇ ਇੱਕ ਹੀ ਭਾਸ਼ਾ ਹੋਣੀ ਚਾਹੀਦੀ ਹੈ ਔਰ ਉਹ ਹਿੰਦੀ ਹੋਣੀ ਚਾਹੀਦੀ ਹੈ। ਸਿਆਸਤਦਾਨਾਂ ਦਾ ਜ਼ਿਕਰ ਹੀ ਨਾ ਕਰੋ ਮੇਰੇ ਸਾਹਮਣੇ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ।
ਇੱਕ ਭਾਸ਼ਾ ਔਰ ਇਹ ਆਪਣੇ ਆਪ ਨੂੰ ਇੰਨਾ ਮਹਿਦੂਦ ਕਰ ਲੈਣਾ, ਲਿਮਿਟ ਕਰ ਲੈਣਾ, ਇਹ ਤਾਂ ਸਰਾਸਰ ਨਾਇਨਸਾਫੀ ਹੈ, ਸਰਾਸਰ ਨਾਇਨਸਾਫੀ ਹੈ। ਉਰਦੂ ਸਿੱਖੀ ਕਿੱਥੋਂ ਸੀ ਤੁਸੀਂ? बहुत अच्छा सवाल है। मैं बिल्कुल किसी मौलवी ਦੇ ਕਦਮਾਂ 'ਚ ਬੈਠ ਕੇ ਤਖਤੀ ਦੇ ਉੱਪਰ ਇਮਲਾ ਲਿਖ ਕੇ ਉਰਦੂ ਨਹੀਂ ਪੜ੍ਹੀ। ਹਾਲਾਂਕਿ ਉਦੋਂ ਉਰਦੂ ਪੜ੍ਹਾਈ ਜਾਂਦੀ ਸੀ, ਲੇਕਿਨ ਮੈਂ ਜਿਸ ਇਲਾਕੇ ਵਿੱਚ ਪੈਦਾ ਹੋਇਆ, ਪਾਕਪਟਨ, ਇਟ ਵਾਜ਼ ਤਹਿਸੀਲ, ਡਿਸਟ੍ਰਿਕਟ ਮੌਂਟਗੋਮਰੀ, ਅਤੇ ਉੱਥੇ ਨਹੀਂ ਸੀ ਸਕੂਲ ਵਿੱਚ ਉਰਦੂ। ਬਲਕਿ ਉੱਥੋਂ ਦੀ ਜਿਹੜੀ ਆਬਾਦੀ ਸੀ, ਮੈਨੂੰ ਕਹਿਣ ਲੱਗਿਆ ਬਿਲਕੁਲ ਕੋਈ ਸ਼ਰਮ ਨਹੀਂ, ਉਹ ਬਿਲਕੁਲ ਅਨਪੜ੍ਹ ਸੀ। ਬਾਬਾ ਫਰੀਦ ਜਦੋਂ ਉੱਥੇ ਆਏ, ਗੰਜੇ ਸ਼ਕਰ, ਉਹਨਾਂ ਦਾ ਮਜ਼ਾਰ ਹੈ ਉੱਥੇ ਪਾਕਪਟਨ ਦੇ ਵਿੱਚ। ਉਹਨਾਂ ਨੇ ਦੇਖਿਆ ਇਹ ਲੋਕ ਜ਼ਿਮੀਂਦਾਰ ਨੇ, ਬੜਾ ਪੈਸਾ ਹੈ ਇਹਨਾਂ ਕੋਲ, ਇਹ ਪੜ੍ਹਾਈ ਕਿਉਂ ਨਹੀਂ ਕਰਦੇ? ਉਹ ਕਹਿਣ ਲੱਗੇ ਮੈਂ ਇਹਨਾਂ ਨੂੰ ਸਿਖਾ ਕੇ ਜਾਵਾਂਗਾ। ਉਹ ਉੱਥੇ ਰਹਿ ਗਏ, ਇੰਨੀ ਦੇਰ ਰਹੇ ਕਿ ਉੱਥੇ ਹੀ ਉਹਨਾਂ ਦਾ ਇੰਤਕਾਲ ਹੋ ਗਿਆ ਔਰ ਉੱਥੇ ਹੀ ਉਹਨਾਂ ਦਾ ਮਜ਼ਾਰ ਬਣਿਆ। ਸੋ ਪੜ੍ਹੇ ਲਿਖੇ ਲੋਕਾਂ ਦੀ ਤਾਦਾਦ ਬਹੁਤ ਘੱਟ ਸੀ, ਬਹੁਤ ਘੱਟ ਸੀ। ਕੋਈ ਸੋਚ ਹੀ ਨਹੀਂ ਸੀ ਸਕਦਾ। ਮੈਂ ਕੋਈ ਇਹਦੇ ਵਾਸਤੇ ਇਨਾਮ ਨਹੀਂ ਲੈਣਾ। ਮਾਈ ਫਾਦਰ ਵਾਜ਼ ਦਾ ਫਸਟ ਮੈਨ ਟੂ ਡੂ ਹਿਜ਼ ਮੈਟ੍ਰਿਕੂਲੇਸ਼ਨ ਇਨ ਆਵਰ ਫਰਟਰਨਿਟੀ। ਹੀ ਵਾਜ਼ ਦਾ ਫਸਟ ਮੈਨ। ਲੇਕਿਨ ਉਹਦਾ ਸਾਨੂੰ ਨੁਕਸਾਨ ਹੋਇਆ। ਉਦੋਂ ਅੰਗਰੇਜ਼ਾਂ ਦਾ ਰਾਜ ਸੀ, ਉਹਨਾਂ ਨੇ ਕਾਨੂੰਨ ਥੋੜ੍ਹਾ ਦੇਖਣੇ ਸੀ, ਉਹ ਆਪ ਹੀ ਤਾਂ ਕਾਨੂੰਨ ਸੀਗੇ। ਅਗਲੇ ਦਿਨ ਨੌਕਰੀ ਦੇ ਦਿੱਤੀ, ਨੌਕਰੀ ਦੇ ਦਿੱਤੀ ਤੂੰ ਕਮੀਜ਼ ਪੈਂਟ ਪਾ ਕੇ ਗਏ। ਔਰ ਸਾਡੀ ਬਰਾਦਰੀ ਨੇ ਉਹਨਾਂ ਦਾ ਮਜ਼ਾਕ ਉਡਾਇਆ, ਇਹ ਅੰਗਰੇਜ਼ਾਂ ਦਾ ਨੌਕਰ ਹੈ, ਇਹ ਅੰਗਰੇਜ਼ਾਂ ਦਾ ਨੌਕਰ ਹੈ। ਸਾਨੂੰ ਆਪਣੇ ਖੁਸ਼ੀ ਗਮੀ 'ਚੋਂ ਬੁਲਾਉਂਦੇ ਹੀ ਨਹੀਂ ਸੀ। ਉਦੋਂ ਪਾਕਪਟਨ ਹੁੰਦੇ ਸੀਗੇ, ਪਾਕਪਟਨ। ਔਰ ਇੱਥੇ ਇੱਕ ਦਿਨ ਪੰਚਕੂਲਾ ਦੇ ਵਿੱਚ ਰੈੱਡ ਬਿਸ਼ਪ ਜਗ੍ਹਾ ਹੈ, ਉੱਥੇ ਇੱਕ ਸੈਮੀਨਾਰ ਸੀ ਉਰਦੂ ਦਾ। ਉੱਥੇ ਇੱਕ ਆਦਮੀ ਆਇਆ ਅਤੇ ਉਹਨੇ ਬੋਲਿਆ, ਜਿਸ ਵੇਲੇ ਉਹਨਾਂ ਪੇਪਰ ਪੜ੍ਹਿਆ, ਉਹਨਾਂ ਨੇ ਕਿਹਾ ਇਹ ਆਏ ਨੇ ਪਾਕਪਟਨ ਤੋਂ। ਮੇਰੇ ਕੰਨ ਖੜੇ ਹੋ ਗਏ, ਇਹ ਤਾਂ ਉੱਥੋਂ ਆਏ ਨੇ ਜਿੱਥੇ ਮੈਂ ਪੈਦਾ ਹੋਇਆ। ਅਤੇ ਲੰਚ ਬ੍ਰੇਕ ਹੋਇਆ, ਮੈਂ ਦੇਖਿਆ ਉਹ ਆਦਮੀ ਪਲੇਟ ਵਿੱਚ ਆਪਣਾ ਖਾਣਾ ਲੈ ਕੇ, ਜਿਵੇਂ ਰਿਵਾਜ ਹੈ, ਉਹ ਖਾਣਾ ਖਾ ਰਿਹਾ ਸੀ। ਉਹਨੂੰ ਇਕੱਲੇ ਦੇਖ ਕੇ ਮੈਂ ਵੀ ਆਪਣੀ ਪਲੇਟ ਲੈ ਕੇ ਨੇੜੇ ਚਲਾ ਗਿਆ, ਬੜੀ ਹਿੰਮਤ ਕਰਕੇ, ਵੀ ਇਹ ਤਾਂ ਇੰਨਾ ਵੱਡਾ ਉਸ ਮੁਲਕ ਤੋਂ ਆਇਆ। ਅਤੇ ਮੈਂ ਉਰਦੂ ਦੇ ਲਫ਼ਜ਼ ਸੋਚ ਕੇ ਮੁਸ਼ਕਿਲ ਉਹਦੇ ਨਾਲ ਗੱਲ ਕਰਨੀ ਸ਼ੁਰੂ ਕੀਤੀ। ਉਹ ਜਿਹੜਾ ਉਹਨੇ ਜਵਾਬ ਦਿੱਤਾ, ਮੇਰੇ ਪੈਰਾਂ ਤਲੋਂ ਜ਼ਮੀਨ ਨਿਕਲ ਗਈ। मैं उन्होंने कहा कि कुर्राए अर्ज़ के जिस खिते से आप आए हैं वो मेरी जाए विलादत है, मेरा मतलब है पाकपटन। उन्हें कहा हुण आके वेखो असीं उन्हें जिला बनाता। हाय हाय पंजाबी विच बहुत तसल्ली हुई, बहुत खुशी हुई। यानी वो चीज़ां नूं नहीं इन्ना वजन दिंदे, और होना भी ये चाहिए मेरी नज़र दे भी। मैं मेरी अप्रोच तो लिमिटेड हो सकती है क्योंकि आई एम नॉट एन एक्सटेंसिवली ट्रैवल्ड मैन, नीदर ए वेरी वेल रेड मैन। जो इम्तिहान दे विच पढ़ना पैंदा वो तो पढ़ियां किताबां, ऑनर्स इन उर्दू और MA एंड दैन PhD। ਪਰ ਉਸ ਤੋਂ ਬਾਅਦ ਜਦੋਂ ਵੰਡ ਤੋਂ ਪਹਿਲਾਂ ਦੀ ਅਸੀਂ ਗੱਲ ਕਰੀਏ, ਉਸ ਸਮੇਂ 'ਤੇ ਲੋਕ ਉਰਦੂ ਪੜ੍ਹਦੇ ਸੀਗੇ। ਜਦੋਂ ਅਸੀਂ ਗੱਲ ਕਰਦੇ ਪੁਰਾਣੇ ਬਜ਼ੁਰਗਾਂ ਦੀ ਗੱਲ ਕਰਦੇ ਹਾਂ, ਪੜ੍ਹਦੇ ਸੀ। ਮਾਈ ਐਲਡਰ ਬ੍ਰਦਰ ਉਹਨਾਂ ਨੇ ਮੈਟ੍ਰਿਕ ਕੀਤੀ ਹੈ ਅਤੇ ਉਰਦੂ ਨਾਲ ਕੀਤੀ ਹੈ, ਲੇਕਿਨ ਉਸ ਦੇ ਵਿੱਚ ਸਿਸਟਰ ਸੀ, ਮੈਂ ਯਾਨੀ ਕਾਫੀ ਪਿੱਛੇ ਸੀ। ਪਰ ਉਸ ਤੋਂ ਬਾਅਦ ਸੀਮਤ ਕਿਉਂ ਕਰ ਦਿੱਤਾ ਗਿਆ? ਉਰਦੂ ਸੀਮਤ ਕਿਉਂ ਹੋ ਗਈ? ਸਿਰਫ ਇਸ ਵਾਸਤੇ ਕਿ ਇਹਦਾ ਰੋਜ਼ੀ ਰੋਟੀ ਨਾਲ ਕੋਈ ਤਾਲੁਕ ਨਹੀਂ, ਬਸ ਦਿਸ ਇਜ਼ ਓਨਲੀ ਰੀਜ਼ਨ। ਤੁਹਾਡੇ ਮੁਤਾਬਕ ਰੋਜ਼ੀ ਰੋਟੀ ਨਾਲ ਜਿਸ ਚੀਜ਼ ਦਾ ਤਾਲੁਕ ਹੋਵੇ ਉਹ ਚੀਜ਼ ਮਕਬੂਲ ਹੁੰਦੀ ਹੈ, ਉਹ ਚੀਜ਼ ਵੱਧਦੀ ਫੁੱਲਦੀ ਹੈ? ਓਬਵੀਅਸਲੀ ਮਸਲਾ ਤਾਂ ਪੇਟ ਦਾ ਹੈ ਨਾ ਸਾਰਾ। ਤਾਂ ਇਸ ਨੂੰ ਫਿਰ ਰੋਜ਼ੀ ਰੋਟੀ ਵਾਲੇ ਮਸਲੇ ਤੋਂ ਅਲੱਗ ਕਰਨ ਦਾ ਰੀਜ਼ਨ, ਕਿਉਂਕਿ ਪਹਿਲਾਂ ਤਾਂ 1950-60 ਦੇ ਦਹਾਕੇ ਤੱਕ ਤਾਂ ਕੋਰਟ ਦੀ ਭਾਸ਼ਾ ਵੀ ਰਹੀ ਹੈ ਉਰਦੂ। ਰਹੀ ਹੈ ਜੀ, ਹਾਲੇ ਵੀ ਹੈ ਜੀ। ਤੁਸੀਂ ਕਹੋਗੇ ਨਾ 50-60 1900, ਉਹ ਹਾਲੇ ਵੀ ਹੈ।
ਇੱਕ ਐਸੀ ਐਗਜ਼ਾਮਪਲ ਦਿਆਂਗਾ ਕਿ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਮੈਂ ਜਿਸ ਆਫਿਸ ਦੇ ਵਿੱਚ ਮਹਿਕਮਾ ਆਬਪਾਸ਼ੀ, ਡਿਪਾਰਟਮੈਂਟ ਆਫ ਇਰੀਗੇਸ਼ਨ, ਉੱਥੇ ਆਫਿਸਰ ਜਿਹੜਾ ਸੀ ਤੇ ਉਹਦੇ ਮੁੰਡੇ ਦਾ ਕਾਰ ਦਾ ਐਕਸੀਡੈਂਟ ਹੋ ਗਿਆ, ਉਹ ਕੇਸ ਚੱਲ ਪਿਆ। ਕੋਰਸਪੋਂਡੈਂਸ ਚਿੱਠੀ ਆਈ ਇੱਕ, ਤੇ ਉਹਨਾਂ ਨੇ ਕਿਹਾ ਇੱਥੇ ਲਿਖਿਆ ਬਿਆਨ ਬਾਲਾ। ਤਾਂ ਕਿਸੇ ਨੇ ਕਿਹਾ ਕਿ ਆਪਣੇ ਥੱਲੇ ਜਿਹੜਾ ਦਫ਼ਤਰ ਹੈ ਨਾ, ਉੱਥੇ ਇੱਕ ਲੜਕਾ LLB ਪਾਸ ਹੈ, ਉਹਨੂੰ ਪਤਾ ਹੋਣਾ। ਤੇ ਉਹ ਆਇਆ ਉੱਪਰ, ਉਹ ਛੋਟੇ ਆਫਿਸ ਵਿੱਚ ਸੀ ਜਿਹਦੇ ਵਿੱਚ ਮੈਂ ਸੀ। ਉੱਪਰ SC ਦਾ ਆਫਿਸ ਸੀ, ਥੱਲੇ ਐਕਸੀਅਨ ਦਾ ਆਫਿਸ ਸੀ। ਉਹ ਕਹਿਣ ਲੱਗਿਆ ਜੀ ਇਹ ਨਾ ਦੁਆਬੇ ਦੇ ਵਿੱਚ ਵਾਲਾ ਨੂੰ ਬਾਲਾ ਬੋਲ ਦਿੰਦੇ ਆ, ਵਾਵੇ ਨੂੰ ਬੱਬਾ ਬੋਲਦੇ ਆ, ਇਹ ਬਿਆਨ ਵਾਲਾ। ਉਹ ਕਹਿੰਦੇ ਭਾਈ ਵਾਹ ਕਮਾਲ ਹੈ, ਉਹਦਾ ਸ਼ੁਕਰੀਆ ਅਦਾ ਕੀਤਾ। ਫਿਰ ਫਿਕਰਾ ਪੜਿਆ, ਕਹਿੰਦੇ ਗੱਲ ਹੀ ਨਹੀਂ ਬਣੀ, ਕਹਿੰਦੇ ਬੜਾ ਕਲੇਵਰ ਸੀ ਉਹ। ਫਿਰ ਕਿਸੇ ਨੇ ਕਿਹਾ ਕਿ ਮੇਰਾ ਨਾਂ ਲਿਆ ਵੀ ਉਹਨੇ ਉਰਦੂ ਵਿੱਚ MA ਪਾਸ ਕੀਤੀ ਹੋਈ ਹੈ। ਬੁਲਾਇਆ ਮੈਨੂੰ ਤੇ ਮੈਂ ਤਾਂ ਸਮਝ ਗਿਆ, ਬਾਲਾ ਇਜ਼ ਉੱਪਰ, ਜ਼ੈਲ ਇਜ਼ ਨੀਚੇ, ਮੰਦਰਜਾ ਬਾਲਾ ਉਪਰੋਕਤ, ਮੰਦਰਜਾ ਜ਼ੈਲ ਨਿਮਨ ਲਿਖਿਤ। ਸੋ ਮੈਂ ਕਿਹਾ ਦਿਸ ਇਜ਼ ਬਿਆਨ ਬਾਲਾ, ਬਿਆਨ ਗਿਵਨ ਅਬਵ। ਉਹਦੀ ਅੱਖਾਂ ਖੁੱਲ੍ਹ ਗਈਆਂ, ਕਹਿੰਦਾ ਹੁਣ ਬਣੀ ਗੱਲ। ਸੋ ਕਹਿੰਦਾ ਮੈਂ ਕੀ ਚਾਹੁੰਦਾ, ਭਾਸ਼ਾਵਾਂ ਦੇ ਵਿੱਚ ਮੇਲ ਹੋਣਾ ਤਾਂ ਬਹੁਤ ਜ਼ਰੂਰੀ ਹੈ, ਲੇਕਿਨ ਇੰਨਾ ਕੁ ਫਰਕ ਜਿਹੜਾ ਜਾਣਨਾ ਇਹ ਉਸ ਸਮੇਂ ਜ਼ਿਆਦਾ ਜ਼ਰੂਰੀ ਹੈ। ਭਾਸ਼ਾ ਵਿਭਾਗ ਕੀ ਕੰਮ ਕਰ ਰਿਹਾ ਉਰਦੂ ਨੂੰ ਬਚਾਉਣ ਵਾਸਤੇ? ਆਪਣੀ ਤਰਫੋਂ ਤਾਂ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਲੇਕਿਨ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ 22 ਜ਼ਿਲ੍ਹਿਆਂ 'ਚੋਂ ਸਿਰਫ 12 ਦੇ ਵਿੱਚ ਉਰਦੂ ਪੜ੍ਹਾਈ ਜਾ ਰਹੀ ਹੈ, ਬਾਕੀ 10 ਦੇ ਵਿੱਚ ਕਿਉਂ ਨਹੀਂ ਟੀਚਰ ਤਲਾਸ਼ ਕੀਤੇ ਜਾ ਰਹੇ? ਬਸ ਮਿਲ ਨਹੀਂ ਰਹੇ ਹੁਣੇ, ਹੈਂ, ਮਿਲ ਨਹੀਂ ਰਹੇ। ਇਹ ਤਾਂ ਕੋਈ ਗੱਲ ਨਹੀਂ। ਬੜੀ ਆਬਾਦੀ ਕਿੰਨੀ ਹੈ, ਜਿੰਨੀ ਦੇਰ ਆਪਾਂ ਗੱਲ ਕੀਤੀ ਲੱਖ ਬੱਚਾ ਪੈਦਾ ਹੋ ਗਿਆ। ਇੰਨੀ ਆਬਾਦੀ ਹੈ, ਬਹੁਤ ਲੋਕ ਨੇ। ਭਾਵੇਂ ਤੁਸੀਂ ਪੁਰਾਣੇ ਪਟਵਾਰੀ ਨੂੰ, ਰਿਟਾਇਰਡ ਨੂੰ, ਉਹਨੂੰ ਲਿਆਓ, ਕੁਛ ਕਰੋ, ਪਰ ਕਰੇ ਕੌਣ? 5000 ਰੁਪਈਆ ਦੇਣਾ ਪਏਗਾ। ਪਰ 5000 ਰੁਪਏ ਕਾਫੀ ਤਾਂ ਨਹੀਂ ਹੈ ਫਿਰ, ਜੇ ਉਰਦੂ ਨੂੰ ਬਚਾਉਣਾ ਹੈ ਤਾਂ। ਉਹ ਇਸ ਵੇਲੇ ਜਿਸ ਤਰ੍ਹਾਂ ਸਰਕਾਰ ਜਿਹੜੀ ਹੈ ਨਾ, ਮਾਫ ਕਰਨਾ, ਮਨਪ੍ਰੀਤ ਸਿੰਘ ਬਾਦਲ, ਵੈਸੇ ਆਪਣੀ ਗੱਲਬਾਤ ਦੇ ਵਿੱਚ ਉਹਨਾਂ ਦਾ ਨਾਂ ਲਿਆਣਾ ਮੈਂ ਬੜੇ ਅਦਬ ਨਾਲ ਕਹਿ ਰਿਹਾ, ਉਹ ਉਰਦੂ ਦੇ ਪਿੱਛੇ ਤਾਂ دیਵਾਨੇ ਨੇ। ਇੰਨਾ ਜਨੂੰਨ ਹੈ ਉਹਨਾਂ ਨੂੰ। ਆਪਣੀ ਜਿਹੜੀ ਉਹ ਬਜਟ ਸਪੀਚ ਹੁੰਦੀ ਹੈ ਨਾ, ਉਹਦੇ ਵਿੱਚ ਵੀ ਇਕਬਾਲ ਦੇ ਸ਼ੇਰ ਲਿਖਾਉਂਦੇ ਨੇ, ਔਰ ਉਰਦੂ ਨਾਲ ਬਹੁਤ ਪਿਆਰ ਹੈ ਉਹਨਾਂ ਨੂੰ। ਹਾਲਾਂਕਿ ਉਹਨਾਂ ਦੀ ਸਾਰੀ ਤਾਲੀਮ ਬਾਹਰ ਹੋਈ ਹੈ, ਅੰਗਰੇਜ਼ੀ 'ਚ ਹੋਈ ਹੈ। ਐਸੇ ਹੈਗੇ ਨੇ ਦੁਨੀਆ 'ਚ ਬੰਦੇ। ਲੋਕ ਉਰਦੂ ਦੇ ਬਹੁਤ ਮਿੱਠੀ ਜ਼ੁਬਾਨ ਹੈ, ਉਰਦੂ ਦੇ ਸ਼ੇਰ ਤਾਂ ਲੋਕ ਸੁਣ ਕੇ ਕਿਸੇ ਦੇ ਬੋਲ ਲੈਂਦੇ ਆ, ਪਰ ਪੜ੍ਹਦੇ ਨਹੀਂ ਉਸ ਚੀਜ਼ ਨੂੰ। ਪੜ੍ਹਦੇ ਨਹੀਂ, ਦੈਟ ਇਜ਼ ਦੀ ਪ੍ਰੋਬਲਮ, ਦੈਟ ਇਜ਼ ਦੀ ਪ੍ਰੋਬਲਮ। ਉਰਦੂ ਮਿੱਠੀ ਕਿਉਂ ਲੱਗਦੀ ਉਹਨਾਂ ਨੂੰ ਕਿ ਸ਼ੇਰ ਸੁਣਾਂਗੇ ਜਾਂ ਸੁਣਾਵਾਂਗੇ ਤਾਲੀਆਂ ਵੱਜਣਗੀਆਂ, ਹਾਂ, ਲੇਕਿਨ ਇਹਦਾ ਮਤਲਬ ਜਾਣੋ ਕੀ ਹੈ, ਇਹ ਨਹੀਂ ਪਤਾ। ਬਸ ਪਹਿਲੀ PhD ਤੁਸੀਂ ਕੀਤੀ ਹੈ ਉਰਦੂ ਹੀ। ਉਰਦੂ 'ਚ? ਹਾਂ, ਇਹ ਛੋਟੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਉਰਦੂ ਦਾ ਪੰਜਾਬੀ ਨਾਲ ਰਿਸ਼ਤਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਕੋਈ ਪੈਣਾ ਨਹੀਂ ਦੋਨੋਂ, ਕੋਈ ਫਰਕ ਨਹੀਂ ਹੈਗਾ, ਕੋਈ ਫਰਕ ਨਹੀਂ। ਹਿੰਦੀ ਯੂ ਨੋ ਇਟ, ਆਈ ਡੂ ਨਾਟ ਨੋ। ਪੰਜਾਬੀ ਦਾ ਐੜਾ ਕਿਹੜਾ, ਐੜਾ ਆੜਾ, ਆੜਾ ਨਹੀਂ, ਐੜਾ, ਆੜਾ ਤਾਂ ਹੁੰਦਾ ਟੇਢਾ। ਆੜਾ ਚਲੋ, ਤੱਤੇ ਨੂੰ ਸਿਆਰੀ ਕੀ ਬਣੇਗਾ? ਆੜਾ ਤੱਤੇ ਨੂੰ ਸਿਆਰੀ, ਤੱਤੇ ਨੂੰ ਸਿਹਾਰੀ, ਤੀ ਅਤੀ, ਅਤੀ, ਹਿੰਦੀ ਦਾ ਅਤੀ। ਫਿਰ ਕੀ ਫਰਕ ਹੈ? ਨਹੀਂ, ਸੋਚ ਕੇ ਦੱਸੋ ਮੈਨੂੰ। ਉਹ ਹਿੰਦੀ ਹੈ, ਸਾਡੀ ਪੰਜਾਬੀ ਹੈ। ਕਿਉਂ ਅਸੀਂ ਇਹਨਾਂ ਚੱਕਰਾਂ 'ਚ ਪੈਂਦੇ ਹਾਂ? ਕਿਉਂ ਇਹਨਾਂ ਚੱਕਰਾਂ 'ਚ ਪੈਂਦੇ ਹਾਂ? ਪੰਜਾਬੀ ਕਿਉਂਕਿ ਬਹੁਤ ਪੁਰਾਣੀ ਹੈ। ਮੈਂ ਤਾਂ ਦੱਸਿਆ, ਮੈਨੂੰ ਬਹੁਤ ਲੇਟ ਪਤਾ ਲੱਗਿਆ। ਮੈਂ ਇਹਨੂੰ ਗੁਰੂ ਅਰਜਨ ਦੇਵ ਦੇ ਨਾਲ ਜੋੜ ਰਿਹਾ ਸੀ। ਉਹ ਕਹਿੰਦੇ ਕਿ ਤੁਸੀਂ ਸੱਚੇ ਸੀ, ਲੇਕਿਨ ਉਹ ਸੀ ਗੁਰਮੁਖੀ ਸਕ੍ਰਿਪਟ ਪਹਿਲੇ ਜਿਹੜੀ ਸੀ ਨਾ,
ਉਹ ਕੀ ਕਹਿੰਦੇ ਸੀ ਉਹਨੂੰ, ਸ਼ਾਹਮੁਖੀ। ਸ਼ਾਹਮੁਖੀ। ਅਤੇ ਪੰਜਾਬੀ ਬਹੁਤ ਪੁਰਾਣੀ ਹੈ, ਮੈਂ ਉਹਨੂੰ ਕੱਲ੍ਹ ਦੀ ਗੱਲ ਸਮਝਦਾ ਸੀ। ਪਰ ਲੋਕ ਤਾਂ ਇਹੀ ਕਹਿੰਦੇ ਆ ਕਿ ਸੰਸਕ੍ਰਿਤ ਸਭ ਤੋਂ ਪੁਰਾਣੀ ਹੈ। ਹਾਂ, ਉਸ ਤੋਂ ਵੀ ਪੁਰਾਣੀ ਹੈ ਪੰਜਾਬੀ, ਜਿਹਨੇ ਮੈਨੂੰ ਦੱਸਿਆ ਉਹ ਸਕਾਲਰ ਹੈ। ਉਹ MA ਇੰਗਲਿਸ਼ ਡਾਕਟਰ ਹੈਗੇ ਨੇ, PH ਇੰਗਲਿਸ਼ ਵਿੱਚ, ਅੰਗਰੇਜ਼ੀ ਪੜ੍ਹਾਈ 9 ਸਾਲ, ਫਿਰ ਉਹਨਾਂ ਨੇ MA ਪੰਜਾਬੀ ਕੀਤੀ, 2 ਕਿਤਾਬਾਂ ਲਿਖੀਆਂ, ਪੋਇਟ ਵੀ ਨੇ। ਉਹਨਾਂ ਨੇ ਮੈਨੂੰ ਦੱਸਿਆ, ਪੜ੍ਹੀਆਂ ਕਿਤਾਬਾਂ। ਪਰ ਪਾਕਿਸਤਾਨ ਦੀ ਅਸੀਂ ਗੱਲ ਕਰੀਏ ਤਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀਗਾ ਇਸ ਚੀਜ਼ ਦਾ ਕਿ ਤੁਹਾਡੇ ਜਿੱਥੇ ਪੈਦਾਇਸ਼ ਹੈ, ਜਿੱਥੋਂ ਦੀ ਤੁਹਾਡੀ, ਉੱਥੋਂ ਦੇ ਇੱਕ ਸ਼ਾਇਰ ਆਏ ਸੀ, ਤੁਸੀਂ ਉਹਨਾਂ ਨੂੰ ਮਿਲੇ। ਸ਼ਾਇਰ ਨਹੀਂ, ਹੀ ਵਾਜ ਏ ਸਕਾਲਰ। ਓਕੇ। ਉਹਨੇ ਪੇਪਰ ਪੜ੍ਹਨਾ ਸੀ, ਅਤੇ ਮੈਂ ਜਦੋਂ ਉਸ ਕੋਲ ਗਿਆ ਤਿਆਰੀ ਕਰਕੇ ਵੀ ਉੱਥੋਂ ਆਇਆ ਅਤੇ ਉਰਦੂ ਹੀ ਬੋਲੇਗਾ, ਔਖੀ ਜਿਹੀ ਉਰਦੂ। ਲੇਕਿਨ ਜਦੋਂ ਉਹਨੇ ਜਵਾਬ ਦਿੱਤਾ ਕਿ ਹੁਣ ਆ ਕੇ ਵੇਖੋ ਜ਼ਿਲ੍ਹਾ ਬਣਾਤਾ ਉਹਨੂੰ, ਬੜੀ ਰੂਹ ਖੁਸ਼ ਹੋਈ। ਤੁਹਾਨੂੰ ਲੱਗਦਾ ਉੱਧਰ ਦੇ ਲੋਕ ਉਰਦੂ ਤੇ ਪੰਜਾਬੀ ਨੂੰ ਇੱਕੋ ਜਿਹਾ ਪਿਆਰ ਕਰਦੇ ਆ? ਇਹ ਗੱਲ ਹੈ ਪਰਸਨ ਟੂ ਪਰਸਨ, ਮੈਨ ਟੂ ਮੈਨ, ਸਾਰਿਆਂ ਦਾ ਬਹੁਤ ਪਿਆਰ ਹੈ। ਜੱਫੀ ਪਾ ਕੇ ਮਿਲਦੇ ਨੇ, ਕੁੱਟ ਕੇ ਮਿਲਦੇ ਨੇ, ਪੋਲੀਟਿਕਸ ਦਾ ਸਿਆਪਾ ਇਹਦੇ ਵਿੱਚ ਬਸ। ਉਹ ਕਿਸ ਹਿਸਾਬ ਦੇ ਨਾਲ ਅਸੀਂ ਕਹਿ ਸਕਦੇ, ਮਤਲਬ ਮੈਂ ਉਹ ਚਾਹੂੰਗਾ ਕਿ ਉਹ ਜ਼ਰੂਰ ਬਰੀਫ ਕਰੋ, ਕਿਉਂਕਿ ਤੁਸੀਂ 45 ਸਾਲ ਦਾ ਸਮਾਂ ਜਿਹੜਾ ਗੁਜ਼ਾਰਿਆ ਉਰਦੂ ਲੋਕਾਂ ਨੂੰ ਪੜ੍ਹਾਉਂਦੇ, ਕਿਉਂਕਿ 84 ਸਾਲ ਦੀ ਉਮਰ ਤੁਹਾਡੀ, ਔਰ 45 ਸਾਲ ਉਸ ਦੇ ਵਿੱਚੋਂ ਗੁਜ਼ਾਰ ਦਿੱਤੇ ਲੋਕਾਂ ਨੂੰ ਉਰਦੂ ਪੜ੍ਹਾਉਂਦੇ ਹੋਏ। ਇਹ ਵੀ ਕੋਈ ਛੋਟੀ ਗੱਲ ਨਹੀਂ ਹੈ। ਇਸ 'ਤੇ ਜ਼ਰੂਰ ਮੈਂ ਤੁਹਾਡਾ ਕਮੈਂਟ ਚਾਹੁੰਦਾ। ਮੈਂ ਉਰਦੂ ਦੀ ਖਿਦਮਤ ਦੇ ਵਿੱਚ ਜੋ ਕੁਛ ਵੀ ਕੀਤਾ ਹੈ, ਕੋਈ ਅਹਿਸਾਨ ਨਹੀਂ ਕੀਤਾ। ਇਹ ਮੇਰੇ ਮਨ ਦੀ ਸ਼ਾਂਤੀ ਵਾਸਤੇ ਹੈ, ਆਪਣੀ ਖੁਸ਼ੀ ਵਾਸਤੇ ਹੈ, ਔਰ ਉਰਦੂ ਦੇ ਨਾਲ ਪਿਆਰ ਔਰ ਮੁਹੱਬਤ ਹੈ, ਬਸ। ਜੇ ਤੁਹਾਨੂੰ ਲੱਗਦਾ ਪੋਲੀਟੀਸ਼ੀਅਨਸ ਚਾਹੁਣ ਤਾਂ ਸਭ ਕੁਝ ਸੰਭਵ ਹੋ ਵੀ ਸਕਦਾ, ਫਿਰ ਉਰਦੂ ਗਰੋ ਕਰ ਸਕਦੀ ਹੈ, ਵੱਧ ਫੁੱਲ ਸਕਦੀ ਹੈ, ਸਭ ਕੁਝ ਹੋ ਸਕਦਾ, ਕਿਉਂਕਿ ਜੇ ਸਾਡੇ ਦੇਸ਼ ਦਾ ਸਿਸਟਮ ਇਹੋ ਜਿਹਾ। ਹੁਣ ਨੂੰ ਕੀ ਹੋ ਸਕਦਾ, ਇਹ ਤਾਂ ਗੱਲ ਹੀ ਛੱਡ ਦਿਓ, ਇਹ ਤਾਂ ਗੱਲ ਹੀ ਛੱਡ ਦਿਓ, ਕੀ ਹੋ ਸਕਦਾ ਅਤੇ ਕੀ ਨਹੀਂ ਹੋ ਸਕਦਾ। ਨਾ, ਮੈਂ ਇਹਨੂੰ ਦਾਅਵੇ ਨਾਲ ਕਹਿ ਸਕਦਾ, ਜਿੰਨਾ ਚਿਰ ਜਸ਼ਨੇ ਰੇਖਤਾ ਹੈ ਉਰਦੂ ਖ਼ਤਮ ਨਹੀਂ ਹੋਏਗੀ, ਮਰੇਗੀ ਨਹੀਂ। ਬਸ ਖਤਮ ਕਰਨ ਦੀਆਂ ਕੋਸ਼ਿਸ਼ਾਂ ਤਾਂ ਚੱਲ ਹੀ ਰਹੀਆਂ ਨੇ। ਫਿਰ ਮੈਂ ਕੀ ਕਹਿ ਰਿਹਾ, ਉੱਥੇ ਗੱਲ ਹੋਈ ਸੀ, ਮੈਂ 10 ਵਾਰੀ ਗਿਆ TV 'ਤੇ ਜੀ, ਅਤੇ ਲਿਸਾਨੀ ਮੁਸ਼ਾਬਿਹਤ, ਲਿੰਗੁਇਸਟਿਕ ਸਿਮਿਲੈਰਿਟੀ ਦੇ ਉੱਪਰ ਗੱਲ ਕਰਨੀ ਸੀ। 4 ਬੰਦਿਆਂ ਨੇ ਪੇਸ਼ ਹੋਣਾ ਸੀ, 2 ਆਏ ਨਹੀਂ, ਇੱਕ ਮੈਂ ਰਹਿ ਗਿਆ ਅਤੇ ਇੱਕ ਦੂਜਾ ਬੰਦਾ ਰਹਿ ਗਿਆ, ਉਹ ਜਲੰਧਰ ਦਾ ਸੀ। ਮੁਕਤੀ ਇੱਕ ਕਿਤਾਬ ਹੈ, ਉਹਦੀ ਲਿਖੀ ਹੋਈ ਹੈ, ਮੈਂ ਹੁਣ ਦੇਖਿਆ ਹੀ ਨਹੀਂ ਸੀ। ਕਹਿੰਦਾ ਜੀ ਹੁਣ ਤਾਂ ਤੁਸੀਂ 2 ਹੀ ਬੰਦੇ ਹੈਗੇ ਹੋ। ਅਸੀਂ ਓਵਰ ਏ ਕੱਪ ਆਫ ਟੀ, ਉਹ ਕਹਿਣ ਲੱਗਿਆ ਮੈਂ ਤਾਂ ਇਹੀ ਕਹਿਣਾ ਕਿ ਉਰਦੂ ਤਾਂ ਮਰ ਰਹੀ ਹੈ। ਮੈਂ ਕਿਹਾ ਅੱਛਾ ਲੱਗੇਗਾ, ਸਾਰਾ ਪ੍ਰੋਗਰਾਮ ਬਹੁਤ ਮਜ਼ਾ ਹੋ ਜਾਏਗਾ। ਨਾ ਮੈਂ ਤਾਂ ਕਹਾਂਗਾ, ਮੈਂ ਕਹਿੰਦਾ ਜ਼ਿੱਦ ਹੈ। ਹਾਂ, ਜ਼ਿੱਦ ਸਮਝ ਲਓ। ਉੱਥੇ ਹੋਈ ਗੱਲ ਸ਼ੁਰੂ, 20-22 ਮਿੰਟ ਹੁੰਦੇ ਨੇ, ਉਹ ਨਹੀਂ ਬੋਲਿਆ। ਮੈਂ ਕਿਹਾ ਵੀ ਫਿਰ ਉਹ ਇਹਨੂੰ ਪਤਾ ਹੋਣਾ, ਕੈਮਰਾ ਮੈਨ ਨਾ ਇੱਦਾਂ ਕਰਦਾ ਵੀ ਵਾਈਂਡ ਅਪ ਕਰਨਾ, 5 4 3 2, ਅਤੇ ਫਿਰ ਮੈਂ ਕਿਹਾ ਹਾਲੇ ਤੱਕ ਆਖਰੀ ਜਿਸ ਵੇਲੇ ਨਾ ਰਹਿ ਗਿਆ, ਉਹ ਬੋਲ ਉੱਠਿਆ, ਕਹਿੰਦਾ ਉਰਦੂ ਤਾਂ ਮਰ ਰਹੀ ਹੈ। ਉਹ ਮੇਰਾ ਤਾਂ ਖੂਨ ਖੋਲ ਗਿਆ। میں پھر پوچھنا سی کسی نے سیکھی، میں کہ جس زبان کو زندہ رکھنے کے لیے ہم لوگ مر رہے ہیں وہ کبھی نہیں مر سکتی. تو پروڈیوسر ہوں ٹاپ تے سیڑھیاں کہتے لفٹ ہوتی تھی گل سی، میرا تو جی کرتا چھلانگ مار کے آواں. وہ سامنے کیا انہیں میری پیٹھ سے ہاتھ رکھ کہتا اج مزہ آ گیا. یہ جواب دیتے دیتا میں ادا ہی ریکارڈ ہویا اور ادا ہی ٹیلی کاسٹ. جس زبان کو زندہ رکھنے کے لیے ہم لوگ مر رہے ہیں وہ مر سکتی ہے. اج بھی میرا دعویٰ ہے. ہوں میرے کو جڑے پڑھ کے جاندے نے اسکالر نہیں بن جاندے، لیکن انہوں شوق پیدا ہو جاتا.
ਸ਼ੌਕ ਪੈਦਾ ਹੋ ਜਾਂਦਾ। ਕਈ ਦਫਾ ਤਾਂ ਐਸਾ ਹੁੰਦਾ ਕੋਈ ਦੋਸਤ ਬਹੁਤ ਸਾਲ ਬਾਅਦ ਮਿਲੇ, ਪਹਿਲੇ ਦਿਨ ਜਦੋਂ ਆਨਲਾਈਨ ਕਲਾਸ ਸ਼ੁਰੂ ਹੋਈ ਇੱਥੇ 21 ਅਗਸਤ 830 ਸਟੂਡੈਂਟਸ ਨੇ ਉਹਨੂੰ ਅਟੈਂਡ ਕੀਤਾ, ਜਿਹੜਿਆਂ ਵਿੱਚੋਂ 50 ਦੇ ਕਰੀਬ ਫੋਰਨ ਕੰਟਰੀ 'ਚ ਬੈਠੇ ਹੋਏ ਸੀ। ਉਹਨਾਂ ਦੇ ਮੈਨੂੰ ਫੋਨਸ ਆਏ, ਤੁਹਾਡਾ ਨਾਮ ਪੜ੍ਹਿਆ ਤੇ ਜੀ ਖੁਸ਼ ਹੋ ਗਿਆ ਕਿ ਅਸੀਂ ਤੁਹਾਡੇ ਸਟੂਡੈਂਟ ਰਹੇ। 830। ਔਰ ਕਈ ਦਫਾ ਨਾ ਮੈਨੂੰ ਆਪ ਦਸੀਏ, ਇੱਕ ਸਟੂਡੈਂਟ ਨੇ ਜਦੋਂ ਪਾਕਿਸਤਾਨ ਦੇ ਨਾ ਉਹ ਪਲੇਸ ਆਮ ਆਉਂਦੇ ਸੀ ਟੀ ਵੀ 'ਤੇ, ਅਤੇ ਉਹ ਜਦੋਂ ਆਉਂਦੇ ਸੀ ਅਤੇ ਉਹਨਾਂ 'ਚ ਕੁਝ ਬੜੀ ਉਰਦੂ ਦੇ ਵਰਡਸ ਹੁੰਦੇ ਸੀ। ਉਹ ਕਹਿੰਦੇ ਜਦੋਂ ਵੀ ਇੱਕ ਐਸਾ ਲਫ਼ਜ਼ ਬੋਲਦੇ ਜਿਹੜਾ ਸਾਡੀ ਕਲਾਸ ਦੇ ਲੈਵਲ ਤੋਂ ਉੱਪਰ ਹੈ ਅਤੇ ਤੁਹਾਡੀ ਸ਼ਕਲ ਸਾਹਮਣੇ ਆ ਜਾਂਦੀ ਸੀ, ਤੁਸੀਂ ਪੜ੍ਹਾਇਆ ਸੀ ਇੱਕ ਵਾਰੀ, ਸਾਨੂੰ ਫਿਰ ਜ਼ਿਆਦਾ ਮਜ਼ਾ ਆਉਂਦਾ। ਸੋ ਅੱਛਾ, ਫਿਰ ਅਸੀਂ ਕਿਤਾਬਾਂ ਵੀ ਪੜ੍ਹ ਲੈਂਦੇ ਹਾਂ, ਹੋਰ ਕੀ ਚਾਹੀਦਾ ਮੈਨੂੰ। ਉਰਦੂ ਮੈਂ ਆਪਣੀ ਮਾਦਰੀ ਜ਼ਬਾਨ ਨਹੀਂ ਕਹਿ ਸਕਦਾ ਕਿਉਂਕਿ ਹੈ ਹੀ ਨਹੀਂ। ਮੇਰੀ ਤਦਰੀਸ ਨਹੀਂ ਸਮਝਦੇ ਪੜ੍ਹਾਉਣ ਦੀ, ਇਹ ਮੇਰੀ ਤਦਰੀਸੀ ਜ਼ਬਾਨ ਹੈ, ਇਹ ਮੇਰੀ ਤਦਰੀਸੀ ਜ਼ਬਾਨ ਹੈ, ਮਦਰ ਟੰਗ ਨਹੀਂ ਹੈ। ਮਦਰ ਟੰਗ ਤਾਂ ਪੰਜਾਬੀ ਸੀ, ਪੰਜਾਬੀ ਹੈ, ਪੰਜਾਬੀ ਰਹੇ। ਆਖਰੀ ਸਵਾਲ ਹੈ ਮੇਰਾ, ਬਹੁਤ ਸਾਰੇ ਜਿਹੜੇ ਸ਼ਾਇਰ ਵੀ ਹੋਏ ਆ ਉਰਦੂ ਦੇ ਸ਼ਬਦ ਦੀ ਵਰਤੋਂ ਕਰਦੇ ਰਹੇ, ਜਿਹੜੇ ਜ਼ਿਆਦਾਤਰ ਮੁਸਲਮਾਨ ਵੀ ਸੀਗੇ, ਔਰ ਉਸ ਤੋਂ ਬਾਅਦ ਇਸ ਤਰ੍ਹਾਂ ਤਰੀਕੇ ਨਾਲ ਨਹੀਂ ਕਰਤਾ ਗਿਆ ਕਿ ਭਾਸ਼ਾਵਾਂ ਜਿੱਦਾਂ ਵੰਡ ਦਿੱਤੀਆਂ ਗਈਆਂ। ਹਾਲਾਂਕਿ ਚਰਚਾ ਆਪਾਂ ਪਹਿਲਾਂ ਵੀ ਕੀਤੀ ਹੈ ਜੀ, ਤੁਹਾਡੇ ਤੋਂ ਜਾਣਕਾਰੀ ਲਈ ਹੈ ਕਿ ਪੰਜਾਬੀ ਜਾਂ ਉਰਦੂ ਦੀ ਖਾਸ ਤੌਰ 'ਤੇ ਗੱਲ ਕਰੀਏ, ਉਰਦੂ ਇਸ ਤਰੀਕੇ ਨਾਲ ਕਰਤਾ ਕਿ ਇਹ ਤਾਂ ਮੁਸਲਮਾਨਾਂ ਦੀ ਭਾਸ਼ਾ ਹੈ। ਨਾ 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 ਨਾ, ਨਾਟ ਐਟ ਆਲ। ਜਿਹੜੇ ਉਰਦੂ ਦੇ ਸ਼ਾਇਰ ਨੇ ਉਹ ਇੰਨੇ ਤੰਗ ਦਿਲ ਨਹੀਂ ਹੁੰਦੇ। ਨਾ ਨਾ ਨਾ, ਬਿਲਕੁਲ ਨਹੀਂ। ਹਿੰਦੀ ਦੇ ਆਪਣੀ ਥਾਂ 'ਤੇ ਨੇ, ਉਰਦੂ ਦੇ ਆਪਣੀ ਥਾਂ 'ਤੇ ਨੇ। ਨਹੀਂ, ਪਰ ਇਸ ਹਿਸਾਬ ਦੇ ਨਾਲ ਪ੍ਰਚਾਰ ਪ੍ਰਸਾਰ ਇਸ ਤਰ੍ਹਾਂ ਨਹੀਂ ਕਰ ਦਿੱਤਾ ਗਿਆ ਕਿ ਉਰਦੂ ਤਾਂ ਸਿਰਫ ਅੱਜ ਵੀ ਦੇਖੀ ਤਾਂ ਉਰਦੂ ਤਾਂ ਜੀ ਕਿ ਮੁਸਲਮਾਨਾਂ ਦੀ ਭਾਸ਼ਾ ਹੈ ਉਰਦੂ, ਜ਼ਿਆਦਾਤਰ ਮੁਸਲਮਾਨ ਹੀ ਉਰਦੂ ਬੋਲਦੇ। ਨਾ ਨਾ ਨਾ, ਹਾਂ, ਇਹ ਪੜ੍ਹੀ ਲਿਖੀ ਕਲਾਸ ਹੈ, ਇਹੋ ਜਿਹੀਆਂ ਗੱਲਾਂ ਨਹੀਂ ਸੋਚਦੇ, ਇਹੋ ਜਿਹੀਆਂ ਗੱਲਾਂ ਨੇ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਸਰ ਸਾਨੂੰ ਸਮਾਂ ਦੇਣ ਵਾਸਤੇ। ਆਪਣੀ ਗੁਫ਼ਤਗੂ ਦੇ ਵਿੱਚ ਜੀ ਹੋ ਸਕਦਾ ਕਿਤੇ ਭੁੱਲਿਆ ਹੋਵਾਂ ਜਾਂ ਗਲਤੀ ਕੀਤੀ ਹੋਵੇ, ਜੀ, ਉਹਦੇ ਵਾਸਤੇ ਮੈਂ ਮਾਫ਼ੀ ਮੰਗਦਾ। ਤੇ ਹੁਣ ਮੈਨੂੰ ਇਜਾਜ਼ਤ ਦਿਓ। ਬਿਲਕੁਲ, ਬਹੁਤ ਸ਼ੁਕਰੀਆ ਸਰ। ਉਰਦੂ ਬਹੁਤ ਮਿੱਠੀ ਜ਼ੁਬਾਨ ਹੈ, ਜਿੰਨੇ ਵੀ ਲੋਕ ਬੋਲਦੇ ਨੇ ਬੜੇ ਜ਼ਿੰਦਾ ਦਿਲ ਲੋਕ ਨੇ, ਔਰ ਉਰਦੂ ਨੂੰ ਖਤਮ ਕਰਨ ਦੀਆਂ ਜਿਸ ਤਰ੍ਹਾਂ ਕੋਸ਼ਿਸ਼ਾਂ ਚੱਲ ਰਹੀਆਂ ਨੇ, ਪਰ ਉਰਦੂ ਖਤਮ ਹੋਣ ਵਾਲੀ ਨਹੀਂ, ਕਿਉਂਕਿ ਡਾਕਟਰ H.K. ਲਾਲ ਜਿਹੇ ਲੋਕ ਜੋ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਇਸ ਭਾਸ਼ਾ ਦੀ, ਉਹ ਉਰਦੂ ਨੂੰ ਮਰਨ ਨਹੀਂ ਦੇਣਗੇ, ਕਿਉਂਕਿ ਕੋਸ਼ਿਸ਼ਾਂ ਹਰ ਤਰ੍ਹਾਂ ਦੀਆਂ ਚੱਲਦੀਆਂ ਨੇ। ਰਾਜਨੀਤਿਕ ਪਾਰਟੀਆਂ ਨੇ ਉਹ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੀਆਂ ਨੇ, ਲੰਬੇ ਸਮੇਂ ਤੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਇਸ ਨੂੰ ਖਤਮ ਕਰਨ ਦੀਆਂ, ਪਰ ਉਰਦੂ ਖਤਮ ਨਹੀਂ ਹੋ ਸਕਦੀ, ਕਿਉਂਕਿ ਭਾਸ਼ਾਵਾਂ ਨੂੰ ਖਾਸ ਤੌਰ ਤੇ ਵੰਡ ਦਿੱਤਾ ਗਿਆ ਧਰਮ ਦੇ ਆਧਾਰ ਤੇ, ਜਾਤੀ ਦੇ ਆਧਾਰ ਤੇ, ਪਰ ਭਾਸ਼ਾ ਕਿਸੇ ਇੱਕ ਬੰਦੇ ਦੀ ਨਹੀਂ ਹੁੰਦੀ, ਕਿਸੇ ਜਾਤੀ ਮਜ਼ਹਬ ਦੇ ਆਧਾਰ ਤੇ ਭਾਸ਼ਾ ਨਹੀਂ ਹੁੰਦੀ। ਭਾਸ਼ਾ ਕੋਈ ਵੀ ਬੋਲ ਸਕਦਾ, ਕੋਈ ਵੀ ਸਿੱਖ ਸਕਦਾ। ਉਸ ਹਿਸਾਬ ਦੇ ਨਾਲ ਜੇ ਅਸੀਂ ਗੱਲ ਕਰੀਏ ਤਾਂ ਇਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਤੇ ਚਰਚਾ ਕੀਤੀ ਹੈ। 45 ਸਾਲ ਤੋਂ 45 ਸਾਲ ਦਾ ਬੜਾ ਲੰਬਾ ਸਮਾਂ ਹੁੰਦਾ, 45 ਸਾਲ ਤੋਂ ਲਗਾਤਾਰ ਉਰਦੂ ਸਿਖਾਉਂਦੇ ਆ ਰਹੇ ਨੇ। ਖੈਰ ਹੁਣ ਆਨਲਾਈਨ ਉਰਦੂ ਸਿਖਾ ਰਹੇ ਨੇ, 84 ਸਾਲ ਇਹਨਾਂ ਦੀ ਉਮਰ ਹੈ, ਪਰ ਉਰਦੂ ਨੂੰ ਲੈ ਕੇ ਜੋ ਪਿਆਰ, ਜੋ ਜਜ਼ਬਾ ਇਹਨਾਂ ਦੇ ਮਨ ਦੇ ਵਿੱਚ, ਉਹ ਬਾਕਮਾਲ ਹੈ। ਸੋ ਇਹੋ ਜਿਹੇ ਲੋਕ ਜਿੰਨੀ ਦੇਰ ਨੇ ਉਨੀ ਦੇਰ ਉਰਦੂ ਭਾਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਰਹੇਗੀ, ਉਰਦੂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਕੈਮਰਾ ਪਰਸਨ ਰਵੀ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਚੰਡੀਗੜ੍ਹ।